ਅਕਾਲ ਜੀ ਸਾਰਿਆਂ ਨੂੰ। ਮੈਂ ਪ੍ਰੋਫੈਸਰ ਸੰਦੀਪ ਕੌਰ, ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਕੋਵਿਡ-19 ਦਾ ਕਰਕੇ ਤੁਹਾਡੇ ਵਾਸਤੇ ਕੰਪੀਟੀਟਿਵ ਐਗਜ਼ਾਮ ਲਈ ਆਨਲਾਈਨ ਕੋਚਿੰਗ ਕਲਾਸਿਸ ਦੀ ਸ਼ੁਰੂਆਤ ਕੀਤੀ ਗਈ ਹੈ। ਸੋ ਇਸੇ ਰਿਗਾਰਡਿੰਗ ਹੀ ਮੈਂ ਤੁਹਾਡੇ ਲਈ ਪੋਲੀਟੀਕਲ ਸਾਇੰਸ ਦਾ ਇੱਕ ਟੌਪਿਕ ਲੈ ਕੇ ਆਈ ਹਾਂ, ਜੋ ਹੈ ਫੰਡਾਮੈਂਟਲ ਰਾਈਟਸ। ਇਹਦੇ ਵਿੱਚ ਆਪਾਂ ਕਰਾਂਗੇ ਕਿ ਫੰਡਾਮੈਂਟਲ ਰਾਈਟਸ, ਜਿਨ੍ਹਾਂ ਨੂੰ ਆਪਾਂ ਮੌਲਿਕ ਅਧਿਕਾਰ ਕਹਿੰਦੇ ਹਾਂ, ਹੁੰਦੇ ਕੀ ਨੇ ਔਰ ਕਿੰਨੇ ਨੇ ਫੰਡਾਮੈਂਟਲ ਰਾਈਟਸ, ਕਿੰਨੇ ਨੇ ਸਾਡੇ ਕੌਨਸਟੀਟਿਊਸ਼ਨ ਵਿੱਚ, ਕਿੰਨੇ ਫੰਡਾਮੈਂਟਲ ਰਾਈਟਸ ਜਿਹੜੇ ਐਡ ਕੀਤੇ ਗਏ ਨੇ ਅਤੇ ਉਹਨਾਂ ਦੀਆਂ ਕੀ ਫੀਚਰਸ ਨੇ ਅਤੇ ਕਿਹੜੇ ਕਿਹੜੇ ਆਰਟੀਕਲ ਦੇ ਵਿੱਚ ਕਿਹੜਾ ਫੰਡਾਮੈਂਟਲ ਰਾਈਟ ਜਿਹੜਾ ਫਾਲ ਕਰਦਾ ਹੈ। ਅਤੇ ਉਸ ਤੋਂ ਬਾਅਦ ਰਿਵੀਜ਼ਨ ਲਈ ਮੈਂ ਤੁਹਾਨੂੰ ਕੁਝ ਕੁ MCQs ਜਿਹੜੇ ਨੇ ਉਹ ਵੀ ਕਰਵਾਵਾਂਗੀ, ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਫੰਡਾਮੈਂਟਲ ਰਾਈਟਸ ਨਾਲ ਰਿਲੇਟਡ ਕਿਹੜੇ ਕੁਐਸਚਨ ਜਿਹੜੇ ਤੁਹਾਡੇ ਐਗਜ਼ਾਮ ਦੇ ਵਿੱਚ ਆ ਸਕਦੇ ਹਨ। ਸੋ ਆਪਾਂ ਸ਼ੁਰੂਆਤ ਕਰਦੇ ਹਾਂ। ਫੰਡਾਮੈਂਟਲ ਰਾਈਟਸ ਜਿਹੜੇ ਨੇ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਆਰਟੀਕਲ 12 to 35 ਦੇ ਵਿੱਚ ਦਰਜ ਕੀਤੇ ਗਏ ਨੇ। ਆਰਟੀਕਲ 12 ਤੋਂ 35 ਦੇ ਵਿੱਚ ਅਤੇ ਪਾਰਟ ਹੈਗਾ 3rd, ਸੰਵਿਧਾਨ ਦੇ ਤੀਜੇ ਭਾਗ, ਕੌਨਸਟੀਟਿਊਸ਼ਨ ਦੇ ਪਾਰਟ 3rd ਵਿੱਚ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਐਡ ਕੀਤੇ ਗਏ ਨੇ। UK ਵਿੱਚ ਇਹਨਾਂ ਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਹੈ ਅਤੇ USA ਵਿੱਚ ਬਿਲ ਆਫ ਰਾਈਟਸ ਕਿਹਾ ਜਾਂਦਾ ਹੈ ਅਤੇ ਇੰਡੀਆ ਦੇ ਵਿੱਚ ਇਹਨਾਂ ਨੂੰ ਫੰਡਾਮੈਂਟਲ ਰਾਈਟਸ ਕਿਹਾ ਜਾਂਦਾ ਹੈ। ਫੰਡਾਮੈਂਟਲ ਰਾਈਟਸ ਜੋ ਕਿ ਬੇਸਿਕ ਰਾਈਟਸ ਹੁੰਦੇ ਨੇ, ਔਰ ਇੰਡੀਆ ਨੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਬੋਰੋ ਕੀਤੇ ਨੇ USA ਤੋਂ। ਫੰਡਾਮੈਂਟਲ ਰਾਈਟਸ ਨੂੰ ਬਣਾਉਣ ਵਾਸਤੇ ਇੰਸਪੀਰੇਸ਼ਨ ਕਿੱਥੋਂ ਲਈ ਗਈ ਹੈ? USA ਤੋਂ। ਸਭ ਤੋਂ ਪਹਿਲਾਂ ਆਪਾਂ ਮੀਨਿੰਗ ਕਰਦੇ ਹਾਂ ਕਿ ਮੀਨਿੰਗ ਆਫ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਹੁੰਦੇ ਕੀ ਨੇ? ਫੰਡਾਮੈਂਟਲ ਰਾਈਟਸ ਉਹ ਨੇ ਜੋ ਬੁਨਿਆਦੀ ਸਹੂਲਤਾਂ ਨੇ ਜਿਨ੍ਹਾਂ ਤੋਂ ਬਿਨਾਂ ਇੱਕ ਵਿਅਕਤੀ ਡਿਵੈਲਪਮੈਂਟ ਨਹੀਂ ਕਰ ਸਕਦਾ। ਸੋ ਕੀ ਆ, ਆਲ ਰਾਊਂਡ ਡਿਵੈਲਪਮੈਂਟ ਹੈ ਜਿਹੜੀ ਉਹ ਵਿਅਕਤੀ ਦੀ ਫੰਡਾਮੈਂਟਲ ਰਾਈਟਸ ਦੇ ਥਰੂ ਹੀ ਹੋ ਸਕਦੀ ਹੈ। ਠੀਕ ਹੈ। ਸੈਕਿੰਡ ਪੁਆਇੰਟ ਇਹਦੇ ਵਿੱਚ ਆਪਾਂ ਡਿਸਕਸ ਕਰ ਸਕਦੇ ਹਾਂ ਐਗਜ਼ਿਸਟੈਂਸ ਇਨ ਡਿਗਨੀਫਾਈਡ ਮੈਨਰ। ਜੇ ਇੱਕ ਵਿਅਕਤੀ ਨੇ ਗੌਰਵਪੂਰਨ ਡਿਗਨੀਫਾਈਡ ਮੈਨਰ ਦੇ ਵਿੱਚ ਲਾਈਫ ਸਪੈਂਡ ਕਰਨੀ ਹੈ ਤਾਂ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨੂੰ ਮਿਲਣੇ ਬਹੁਤ ਜ਼ਰੂਰੀ ਨੇ। ਇਸ ਤੋਂ ਬਿਨਾਂ ਉਹ ਸਰਵਾਈਵ ਨਹੀਂ ਕਰ ਸਕਦਾ। ਸੋ ਫੰਡਾਮੈਂਟਲ ਰਾਈਟਸ ਉਹ ਬੁਨਿਆਦੀ ਸਹੂਲਤਾਂ ਨੇ ਜੋ ਕਿ ਹਰ ਇੱਕ ਵਿਅਕਤੀ ਨੂੰ ਜੀਵਨ ਜਿਉਣ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਚਾਹੇ ਉਹਨੂੰ ਸਮਾਨਤਾ ਵੀ ਮਿਲਣੀ ਚਾਹੀਦੀ ਹੈ, ਉਹਨੂੰ ਸੁਤੰਤਰਤਾ ਵੀ ਮਿਲਣੀ ਚਾਹੀਦੀ ਹੈ, ਤਾਂ ਹੀ ਉਹ ਆਪਣਾ ਵਿਕਾਸ ਜਿਹੜਾ ਸਮਾਜ ਦੇ ਵਿੱਚ ਰਹਿ ਕੇ ਕਰ ਸਕਦਾ ਹੈ। ਜੇਕਰ ਕੌਨਸਟੀਟਿਊਸ਼ਨ ਦੇ ਵਿੱਚ ਉਹਦੇ ਲਈ ਕੁਝ ਕੁ ਬੁਨਿਆਦੀ ਸਹੂਲਤਾਂ ਜੋ ਕਿ ਉਹਨੂੰ ਅਧਿਕਾਰਾਂ ਦੇ ਰੂਪ ਵਿੱਚ ਦਿੱਤੀਆਂ ਗਈਆਂ ਨੇ ਉਹ ਮਿਲਣਗੀਆਂ। ਨੈਕਸਟ ਹੈ ਫੰਡਾਮੈਂਟਲ ਰਾਈਟਸ ਜਿਹੜੇ ਆ ਉਹ ਪੋਲੀਟੀਕਲ ਫਰੀडम ਨੂੰ ਸਿਕਿਉਰ ਕਰਦੇ ਨੇ। ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹ ਵਿਅਕਤੀ ਦੀ ਰਾਜਨੀਤਿਕ ਸੁਤੰਤਰਤਾ ਨੂੰ ਸਿਕਿਉਰ ਕਰਦੇ ਨੇ। ਅਤੇ ਜਦ ਕਿ ਜਿਹੜੀ ਇਕਨੋਮਿਕ ਔਰ ਸੋਸ਼ਲ ਫਰੀडम ਹੈ ਉਹ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟਸ ਦੇ ਥਰੂ ਉਹਦੀ ਸਿਕਿਉਰ ਕੀਤੀ ਜਾ ਸਕਦੀ ਹੈ। ਬਟ ਜਿਹੜੀ ਫੰਡਾਮੈਂਟਲ ਰਾਈਟਸ ਨੇ ਓਨਲੀ ਪੋਲੀਟੀਕਲ ਫਰੀडम ਨੂੰ ਸਿਕਿਉਰ ਕਰਦੇ ਨੇ। ਨੈਕਸਟ ਹੈਗਾ ਹੈ ਫੀਚਰਸ ਆਫ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਦੀਆਂ ਫੀਚਰਸ ਕੀ ਨੇ? ਚੈੱਕ ਔਨ ਅਨਲਿਮਿਟਿਡ ਪਾਵਰ ਆਫ ਦਾ ਸਟੇਟ। ਇਹ ਜਿਹੜੀ ਰਾਜ ਦੀ ਜਿਹੜੀ ਅਸੀਮਤ ਸ਼ਕਤੀ ਦੇ ਉੱਪਰ ਰੋਕ ਲਾਉਂਦੇ ਨੇ ਤਾਂ ਕਿ ਵਿਧਾਨ ਪਾਲਿਕਾ, ਲੈਜਿਸਲੇਟਿਵ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਾ ਬਣਾ ਸਕੇ ਤਾਂ ਜੋ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਸਕੇ। ਨੋਟ ਐਬਸੋਲੂਟ। ਇਸ ਦਾ ਮਤਲਬ ਕੀ ਹੈ? ਅਸੀਮਤ ਨਹੀਂ ਹੈ। ਇਹਦੇ ਉੱਪਰ ਕੁਝ ਕੁ ਰੋਕਾਂ ਜਿਹੜੀਆਂ ਨੇ ਉਹ ਲਗਾਈਆਂ ਜਾ ਸਕਦੀਆਂ ਨੇ। ਜਿਵੇਂ ਫੰਡਾਮੈਂਟਲ ਰਾਈਟਸ ਕੈਨ ਬੀ ਸਸਪੈਂਡ ਡਿਊਰਿੰਗ ਐਮਰਜੈਂਸੀ ਐਕਸੈਪਟ ਆਰਟੀਕਲ 20 ਔਰ 21। ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਹੈ ਐਮਰਜੈਂਸੀ ਦੇ ਟਾਈਮ, ਸਿਰਫ ਆਰਟੀਕਲ 20 ਔਰ 21 ਨੂੰ ਛੱਡ ਕੇ। ਆਰਟੀਕਲ 20 ਔਰ 21 ਕੀ ਹੈ ਅੱਗੇ ਆਪਾਂ ਡਿਸਕਸ ਕਰਾਂਗੇ। ਨੈਕਸਟ ਹੈ ਫੰਡਾਮੈਂਟਲ ਰਾਈਟਸ ਆਰ ਜਸਟੀਏਬਲ। ਫੰਡਾਮੈਂਟਲ ਰਾਈਟਸ ਕੀ ਨੇ? ਨਿਆਂਯੋਗ ਨੇ। ਇਹਨਾਂ ਨੂੰ ਲਾਗੂ ਕਰਵਾਉਣ ਲਈ ਸਰਵਉੱਚ ਅਦਾਲਤ ਜਾਂ ਉੱਚ ਅਦਾਲਤ ਵਿੱਚ ਜਾ ਸਕਦੇ ਹਾਂ। ਫੰਡਾਮੈਂਟਲ ਰਾਈਟਸ, ਜੇਕਰ ਕਿਸੇ ਵਿਅਕਤੀ ਦੇ ਫੰਡਾਮੈਂਟਲ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ, ਉਲੰਘਣਾ ਹੁੰਦੀ ਹੈ, ਤਾਂ ਉਹ ਇਹਨਾਂ ਨੂੰ ਇੰਪਲੀਮੈਂਟ ਕਰਵਾਉਣ ਲਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਵਿੱਚ ਰਿਟ ਪਾ ਸਕਦਾ ਹੈ। ਸ਼ੁਰੂ ਵਿੱਚ ਸਟਾਰਟਿੰਗ ਓਰੀਜਨਲੀ ਦੇਅਰ ਵਰ 7 ਫੰਡਾਮੈਂਟਲ ਰਾਈਟਸ ਇਨ ਆਵਰ ਕੌਨਸਟੀਟਿਊਸ਼ਨ। ਪਹਿਲਾਂ ਸਾਡੇ ਸੰਵਿਧਾਨ ਵਿੱਚ 7 ਫੰਡਾਮੈਂਟਲ ਰਾਈਟਸ ਸੀਗੇ ਜੋ ਕਿ ਹੁਣ 6 ਰਹਿ ਗਏ ਨੇ। ਜਿਹੜਾ ਰਾਈਟ ਟੂ ਪ੍ਰੋਪਰਟੀ ਸੀਗਾ ਉਹ 44th ਅਮੈਂਡਮੈਂਟ ਜਿਹੜੀ ਕਿ 1978 ਦੇ ਵਿੱਚ ਹੋਈ, ਉਸ ਨੂੰ ਰਿਮੂਵ ਕਰ ਦਿੱਤਾ ਗਿਆ ਅਤੇ ਹੁਣ ਓਨਲੀ 6 ਫੰਡਾਮੈਂਟਲ ਰਾਈਟਸ ਜਿਹੜੇ ਨੇ ਸਾਡੇ ਸੰਵਿਧਾਨ ਵਿੱਚ ਇਸ ਟਾਈਮ 'ਤੇ ਦਰਜ ਨੇ। ਅਤੇ ਜਿਹੜਾ ਰਾਈਟ ਟੂ ਪ੍ਰੋਪਰਟੀ ਹੈ ਉਹ ਹੁਣ ਇੱਕ ਲੀਗਲ ਰਾਈਟ ਰਹਿ ਗਿਆ, ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਅਤੇ ਇਟ ਫਾਲਸ ਇਨ ਦਾ ਆਰਟੀਕਲ 300A। ਅਤੇ ਇਹ ਆਰਟੀਕਲ 300A ਦੇ ਵਿੱਚ ਫਾਲ ਕਰਦਾ ਇਸ ਟਾਈਮ। ਨੈਕਸਟ ਆਪਾਂ ਸਟਾਰਟ ਕਰਦੇ ਹਾਂ ਆਰਟੀਕਲ 12।
ਆਰਟੀਕਲ 12 ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਜਿਹੜੇ ਫੰਡਾਮੈਂਟਲ ਰਾਈਟਸ ਨੇ ਆਰਟੀਕਲ 12 to 35 ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਦਰਜ ਕੀਤੇ ਗਏ ਨੇ। ਸਭ ਤੋਂ ਪਹਿਲਾਂ ਆਰਟੀਕਲ 12 ਕੀ ਹੈ? ਆਰਟੀਕਲ 12 ਦੇ ਵਿੱਚ ਡੈਫੀਨੇਸ਼ਨ ਆਫ ਸਟੇਟ ਦੀ ਪਰਿਭਾਸ਼ਾ ਦਿੱਤੀ ਗਈ ਹੈ ਕਿ ਮੌਲਿਕ ਅਧਿਕਾਰਾਂ ਦੇ ਵਿੱਚ ਜਿੱਥੇ ਵੀ ਕਿਤੇ ਸਟੇਟ ਵਰਡ ਯੂਜ਼ ਹੁੰਦਾ ਹੈ ਤੇ ਉਹਦੇ ਅੰਡਰ ਅਸੀਂ ਕਿਹੜੀਆਂ ਚੀਜ਼ਾਂ ਨੂੰ ਇਨਕਲੂਡ ਕਰ ਸਕਦੇ ਹਾਂ। ਸਟੇਟ ਡੈਫੀਨੇਸ਼ਨ ਆਫ ਸਟੇਟ ਦੇ ਵਿੱਚ ਸਭ ਤੋਂ ਪਹਿਲਾਂ ਐਗਜ਼ੀਕਿਊਟਿਵ ਐਂਡ ਲੈਜਿਸਲੇਟਿਵ ਯੂਨੀਅਨ ਦੀ, ਕੇਂਦਰੀ ਦੀ, ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਆਉਂਦੀ ਨੇ। ਨੈਕਸਟ ਹੈ ਐਗਜ਼ੀਕਿਊਟਿਵ ਐਂਡ ਲੈਜਿਸਲੇਟਿਵ ਸਟੇਟ ਦੀ ਤੇ ਰਾਜਾਂ ਦੀ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਨੂੰ ਅਸੀਂ ਇਹਦੇ ਵਿੱਚ ਸ਼ਾਮਿਲ ਕਰਦੇ ਹਾਂ। ਥਰਡ ਹੈ ਲੋਕਲ ਅਥਾਰਟੀਜ਼। ਲੋਕਲ ਅਥਾਰਟੀਜ਼ ਜਿਹੜੀਆਂ ਪੰਚਾਇਤਸ ਨੇ, ਮਿਊਨਿਸਪੈਲਿਟੀਜ਼ ਨੇ, ਉਹਨਾਂ ਨੂੰ ਅਸੀਂ ਇਹਦੇ ਵਿੱਚ ਐਡ ਕਰਦੇ ਹਾਂ। ਤੇ ਨੈਕਸਟ ਹੈ ਅਦਰ ਅਥਾਰਟੀਜ਼। ਆਰਟੀਕਲ 12 ਦੇ ਵਿੱਚ ਜਿਹੜੀ ਡੈਫੀਨੇਸ਼ਨ ਦਿੱਤੀ ਗਈ ਹੈ ਸਟੇਟ ਦੀ, ਉਹਦੇ ਵਿੱਚ ਫੋਰਥ ਹੈਗਾ ਅਦਰ ਅਥਾਰਟੀਜ਼ ਲਾਈਕ LIC, SAIL ਐਕਸੈਟਰਾ। ਨੈਕਸਟ ਹੈ ਆਰਟੀਕਲ 13 ਦੇ ਵਿੱਚ। ਆਰਟੀਕਲ 13 ਦੇ ਵਿੱਚ ਕੀ ਕਿਹਾ ਗਿਆ ਹੈ? ਆਰਟੀਕਲ 13 ਜਿਹੜਾ ਹੈ ਉਹ ਕੀ ਕਹਿੰਦਾ ਹੈ? ਕੰਸਟੀਟਿਊਸ਼ਨ ਇਜ਼ ਸੁਪਰੀਮ, ਕਿ ਸੰਵਿਧਾਨ ਸਰਵਉੱਚ ਹੈ। ਇਹ ਆਰਟੀਕਲ ਇੱਕ ਤਰ੍ਹਾਂ ਨਾਲ ਜੁਡੀਸ਼ੀਅਲ ਰਿਵਿਊ ਹੈ ਤੇ ਇਹ ਕੀ ਹੈ? ਸਟੇਟਲੀ ਲੈਜਿਸਲੇਟਿਵ ਤੇ ਇੱਕ ਤਰ੍ਹਾਂ ਦੀ ਰੋਕ ਲਾਉਂਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਾ ਬਣਾਇਆ ਜਾਵੇ ਜਿਹੜਾ ਕਿ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਜਾਂ ਸੰਵਿਧਾਨ ਦੀ ਉਲੰਘਣਾ ਹੈ। ਆਰਟੀਕਲ 31 ਦਾ ਕਲੋਜ਼ A ਔਰ 32 ਕਲੋਜ਼ ਜਿਹੜਾ ਹੈ ਉਹ ਜੁਡੀਸ਼ੀਅਲ ਰਿਵਿਊ ਦਾ ਪ੍ਰੋਵੀਜ਼ਨ ਹੈ। ਨੈਕਸਟ ਹੈ ਜਿਹੜੇ 6 ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਆਪਾਂ ਐਕਸਪਲੇਨ ਕਰਦੇ ਹਾਂ। ਆਰਟੀਕਲ 12 ਦੇ ਵਿੱਚ ਤਾਂ ਆਪਾਂ ਸਟੇਟ ਦੀ ਡੈਫੀਨੇਸ਼ਨ ਦਿੱਤੀ ਗਈ ਆ। 13 ਜਿਹੜਾ ਹੈ ਉਹ ਜੁਡੀਸ਼ੀਅਲ ਰਿਵਿਊ ਦਾ ਪ੍ਰੋਵੀਜ਼ਨ ਕਰਦਾ ਹੈ ਤੇ ਆਰਟੀਕਲ ਜਿਹੜਾ ਹੈ 14 to 18 ਤੱਕ, ਅਨੁਛੇਦ 14 ਤੋਂ 18 ਤੱਕ ਰਾਈਟ ਟੂ ਇਕੁਐਲਿਟੀ, ਸਮਾਨਤਾ ਦਾ ਅਧਿਕਾਰ ਇਹਦੇ ਵਿੱਚ ਦਿੱਤਾ ਗਿਆ ਹੈ। ਔਰ ਆਰਟੀਕਲ 19 to 22, 19 ਤੋਂ 22 ਦੇ ਵਿੱਚ ਰਾਈਟ ਟੂ ਫਰੀडम ਮਤਲਬ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ। ਆਰਟੀਕਲ 23 to 24 ਹੈਗਾ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਨੈਕਸਟ ਹੈ ਆਰਟੀਕਲ 25 to 28 ਰਾਈਟ ਟੂ ਫਰੀडम ਆਫ ਰਿਲੀਜਨ, ਧਾਰਮਿਕ ਸੁਤੰਤਰਤਾ। ਨੈਕਸਟ ਹੈ ਆਰਟੀਕਲ 29 to 30 ਕਲਚਰ ਐਂਡ ਐਜੂਕੇਸ਼ਨਲ ਰਾਈਟਸ ਜਿਹੜੇ ਇਹਦੇ ਵਿੱਚ ਦਿੱਤੇ ਗਏ ਨੇ। ਆਰਟੀਕਲ 32 ਰਾਈਟ ਟੂ ਕਨਸਟੀਟਿਊਸ਼ਨ ਰੈਮੀਡੀਜ਼, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਦਿੱਤਾ ਗਿਆ। ਹੁਣ ਆਪਾਂ ਇਹਨਾਂ ਰਾਈਟਸ ਨੂੰ ਇੱਕ ਇੱਕ ਕਰਕੇ ਐਕਸਪਲੇਨ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਲੈਂਦੇ ਹਾਂ ਰਾਈਟ ਟੂ ਇਕੁਐਲਿਟੀ, ਸਮਾਨਤਾ ਦਾ ਅਧਿਕਾਰ ਜਿਹੜਾ ਹੈ ਆਰਟੀਕਲ 14 to 18 ਦੇ ਵਿੱਚ ਦੱਸਿਆ ਗਿਆ ਹੈ। ਇਹਦੇ ਵਿੱਚ ਕੀ ਹੈ? ਆਰਟੀਕਲ 14 ਕੀ ਦੱਸਦਾ? ਇਕੁਐਲਿਟੀ ਬਿਫੋਰ ਲਾ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾ। ਠੀਕ ਹੈ, ਸਾਰੇ ਵਿਅਕਤੀ ਜਿਹੜੇ ਨੇ ਕਾਨੂੰਨ ਦੇ ਸਾਹਮਣੇ ਬਰਾਬਰ ਨੇ ਤੇ ਸਾਰਿਆਂ ਨੂੰ ਕਾਨੂੰਨ ਦੀ ਸਮਾਨ ਸੁਰੱਖਿਆ ਹੈ। ਕੋਈ ਵੱਡਾ ਛੋਟਾ ਨਹੀਂ ਹੈਗਾ, ਕਾਨੂੰਨ ਦੀ ਨਜ਼ਰ ਵਿੱਚ ਸਾਰਿਆਂ ਨੂੰ ਕਾਨੂੰਨ ਦੀ ਸਮਾਨ ਸੁਰੱਖਿਆ ਮਿਲੇਗੀ ਤੇ ਸਾਰਿਆਂ ਨੂੰ ਕਾਨੂੰਨ ਜਿਹੜਾ ਬਰਾਬਰ ਦਾ ਵਰਤਾਵ ਕਰੇਗਾ। ਨੈਕਸਟ ਹੈ ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ ਐਕਸੈਟਰਾ। ਆਰਟੀਕਲ 15 ਜਿਹੜਾ ਹੈ ਸੰਵਿਧਾਨ ਦਾ, ਉਹ ਕਹਿੰਦਾ ਹੈ ਕਿ ਕਿਸੇ ਵੀ ਵਿਅਕਤੀ ਨਾਲ ਜਾਤ, ਧਰਮ, ਲਿੰਗ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਨੈਕਸਟ ਹੈ ਇਕੁਐਲਿਟੀ ਆਫ ਓਪਰਚੁਨਿਟੀ ਇਨ ਮੈਟਰਸ ਆਫ ਪਬਲਿਕ ਇੰਪਲੋਇਮੈਂਟ। ਜਦ ਵੀ ਕੋਈ ਜਨਤਕ ਨੌਕਰੀਆਂ ਦੀ ਗੱਲ ਹੁੰਦੀ ਹੈ, ਸੇਵਾਵਾਂ ਦੀ ਗੱਲ ਹੁੰਦੀ ਹੈ ਤਾਂ ਅਨੁਛੇਦ 16 ਦੇ ਵਿੱਚ ਕੀ ਕਿਹਾ ਗਿਆ ਕਿ ਉਹਦੇ ਵਿੱਚ ਸਾਰਿਆਂ ਨੂੰ ਬਰਾਬਰ ਮੌਕੇ ਮਿਲਣਗੇ। ਨੈਕਸਟ ਹੈ ਐਬੋਲੀਸ਼ਨ ਆਫ ਅਨਟੱਚੇਬਿਲਟੀ। ਸੰਵਿਧਾਨ ਦਾ ਅਨੁਛੇਦ 17 ਜਿਹੜਾ ਅਨਟੱਚੇਬਿਲਟੀ ਦਾ ਖਾਤਮਾ ਕੀਤਾ ਗਿਆ ਹੈ ਕਿ ਛੂਆ-ਛੂਤ ਨੂੰ ਖਤਮ ਕੀਤਾ ਗਿਆ। ਨੈਕਸਟ ਹੈ ਜੀ ਐਬੋਲੀਸ਼ਨ ਆਫ ਟਾਈਟਲ ਐਕਸੈਪਟ ਮਿਲਟਰੀ ਐਂਡ ਅਕੈਡਮਿਕ। ਅਨੁਛੇਦ 18 ਦੇ ਅਧੀਨ ਸਾਰੇ ਤਰ੍ਹਾਂ ਦਾ ਖਿਤਾਬਾਂ ਦਾ ਖਾਤਮਾ ਕੀਤਾ ਗਿਆ ਹੈ। ਕਿਸੇ ਵਿਅਕਤੀ ਨੂੰ ਕੋਈ ਖਿਤਾਬ ਜਾਂ ਉਪਾਧੀ ਨਹੀਂ ਦਿੱਤੀ ਜਾਏਗੀ, ਸਿਰਫ ਮਿਲਟਰੀ ਤੇ ਅਕੈਡਮਿਕ ਨੂੰ ਛੱਡ ਕੇ। ਨੈਕਸਟ ਹੈ ਜੀ, ਇਹ ਤਾਂ ਸੀਗਾ ਰਾਈਟ ਟੂ ਇਕੁਐਲਿਟੀ ਆਰਟੀਕਲ 14 to 18। ਨੈਕਸਟ ਹੈ ਜੀ ਰਾਈਟ ਟੂ ਫਰੀडम, ਇਹ ਆਰਟੀਕਲ 19 ਤੋਂ 22 ਦੇ ਅਧੀਨ ਆਉਂਦਾ ਹੈ। ਇਹਦੇ ਵਿੱਚ ਆਪਾਂ ਆਰਟੀਕਲ 19 ਦੇ ਵਿੱਚ ਹੈਗਾ ਸਪੀਚ ਐਂਡ ਐਕਸਪ੍ਰੈਸ਼ਨ। ਰਾਈਟ ਟੂ ਫਰੀडम, ਸਾਰੇ ਵਿਅਕਤੀਆਂ ਨੂੰ ਸੁਤੰਤਰਤਾ ਹੈ, ਭਾਸ਼ਣ ਦੇ ਸਕਦੇ ਨੇ, ਆਪਣੇ ਵਿਚਾਰ ਕੀ ਹੈ ਉਹ ਪ੍ਰਗਟਾ ਕਰ ਸਕਦੇ ਨੇ, ਸਪੀਚ ਐਂਡ ਐਕਸਪ੍ਰੈਸ਼ਨ। ਨੈਕਸਟ ਅਸੈਂਬਲੀ, ਕੋਈ ਵੀ ਵਿਅਕਤੀ ਜਿਹੜੇ ਇਕੱਠੇ ਹੋ ਸਕਦੇ ਨੇ ਕਿਸੇ ਗੱਲ ਨੂੰ ਸਲਾਹ ਮਸ਼ਵਰਾ ਕਰਨ ਵਾਸਤੇ, ਕਿਤੇ ਵੀ ਆਪਣੀ ਸਭਾ ਬਣਾ ਸਕਦੇ ਨੇ, ਸਭਾ ਬਣਾ ਕੇ ਕੋਈ ਵੀ ਡਿਸਕਸ਼ਨ ਕਰ ਸਕਦੇ ਨੇ, ਉਹਨਾਂ ਨੂੰ ਪੂਰੀ ਜਿਹੜੀ ਸੁਤੰਤਰਤਾ ਦਿੱਤੀ ਗਈ ਹੈ। ਇਹ ਕੀ ਹੈ? ਫੰਡਾਮੈਂਟਲ ਰਾਈਟ ਹੈ ਜਿਹੜਾ ਕਿ ਰਾਈਟ ਟੂ ਫਰੀडम ਦੇ ਅੰਡਰ ਆਉਂਦਾ ਹੈ। ਨੈਕਸਟ ਹੈ ਐਸੋਸੀਏਸ਼ਨ, ਉਹ ਕੋਈ ਵੀ ਸੰਘ ਜਾਂ ਸਮੁਦਾਇ ਬਣਾ ਸਕਦੇ ਨੇ, ਜਿਵੇਂ ਕਿ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਪੋਲੀਟੀਕਲ, ਇਕਨੋਮਿਕ, ਸੋਸ਼ਲ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਨੇ। ਇਹ ਕੀ ਹੈ? ਰਾਈਟ ਟੂ ਫਰੀडम ਹੈ, ਇਸ ਦੇ ਅੰਡਰ ਹੀ ਬਣੀਆਂ ਨੇ। ਨੈਕਸਟ ਹੈ ਮੂਵਮੈਂਟ, ਕੋਈ ਵੀ ਵਿਅਕਤੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾ ਸਕਦਾ ਹੈ ਸਾਡੇ ਦੇਸ਼ ਵਿੱਚ, ਕਿਸੇ ਨੂੰ ਕੋਈ ਪਰਮਿਟ ਲੈਣ ਦੀ ਜ਼ਰੂਰਤ ਨਹੀਂ। ਨੈਕਸਟ ਹੈ ਰੈਜ਼ੀਡੈਂਸ ਐਂਡ ਪ੍ਰੋਫੈਸ਼ਨ।
ਰਾਈਟ ਟੂ ਫਰੀडम ਦੇ ਅੰਡਰ ਕੋਈ ਵੀ ਵਿਅਕਤੀ ਜਿਹੜਾ ਕਿਤੇ ਵੀ ਰਹਿ ਸਕਦਾ ਹੈ, ਆਪਣਾ ਘਰ ਬਣਾ ਸਕਦਾ ਹੈ ਤੇ ਕੋਈ ਵੀ ਕੰਮ ਜਿਹੜਾ ਕਰ ਸਕਦਾ ਹੈ। ਨੈਕਸਟ ਹੈ ਜੀ ਆਰਟੀਕਲ 20 ਇਹਦੇ ਵਿੱਚ ਹੈਗਾ ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫਾਰ ਅਫੈਂਸਿਸ। ਇਹਦੇ ਵਿੱਚ ਕੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਹਨੂੰ ਜ਼ਬਰਦਸਤੀ ਉਹਦੇ ਵਿਰੁੱਧ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਉਹਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਏਗਾ ਅਤੇ ਨਾ ਹੀ ਉਹਦੇ ਨਾਲ ਜ਼ਬਰਦਸਤੀ ਕਰਕੇ ਉਦੋਂ ਆਪਣੇ ਵਿਰੁੱਧ ਗਵਾਹੀ ਦੇਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਹਨੂੰ ਕਿਸੇ ਵੀ ਕ੍ਰਾਈਮ ਦੀ ਇੱਕ ਤੋਂ ਵੱਧ ਵਾਰ ਸਜ਼ਾ ਦਿੱਤੀ ਜਾ ਸਕਦੀ ਹੈ। ਇਹ ਆਰਟੀਕਲ 20 ਦੇ ਵਿੱਚ ਡਿਸਕਸ਼ਨ ਹੁੰਦੀ ਹੈ। ਨੈਕਸਟ ਹੈ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। ਆਰਟੀਕਲ 21 ਆਰਟੀਕਲ 21 ਕੀ ਕਹਿੰਦਾ ਹੈ ਕਿ ਵਿਅਕਤੀ ਨੂੰ ਆਪਣੀ ਜੀਵਨ ਦਾ ਅਤੇ ਪਰਸਨਲ ਲਿਬਰਟੀ ਨਿੱਜੀ ਸੁਤੰਤਰਤਾ ਦਾ ਅਧਿਕਾਰ ਹੈ, ਉਹਦੀ ਰੱਖਿਆ ਕਰਨ ਦਾ ਅਧਿਕਾਰ ਹੈ। ਨੈਕਸਟ ਹੈ ਰਾਈਟ ਟੂ ਐਲੀਮੈਂਟਰੀ ਐਜੂਕੇਸ਼ਨ। ਆਰਟੀਕਲ 21A ਜਿਹੜਾ ਐਡ ਕੀਤਾ ਗਿਆ ਉਹਦੇ ਵਿੱਚ ਕੀ ਹੈ, ਐਲੀਮੈਂਟਰੀ ਐਜੂਕੇਸ਼ਨ, ਮਾਂ ਪਿਓ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕਦੇ ਨੇ, ਉਹਨਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਜਿਹੜਾ ਸਾਡੇ ਸੰਵਿਧਾਨ ਵਿੱਚ ਦਿੱਤਾ ਗਿਆ ਹੈ ਅਤੇ ਇਹ ਕੀ ਹੈ ਫੰਡਾਮੈਂਟਲ ਰਾਈਟਸ ਦੇ ਅੰਡਰ ਆਉਂਦਾ ਹੈ। ਨੈਕਸਟ ਹੈ ਜੀ ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਇਨ ਸਰਟਨ ਕੇਸਿਸ। ਆਰਟੀਕਲ 22 ਕੀ ਕਹਿੰਦਾ ਹੈ ਕਿ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਅਰੈਸਟ ਕੀਤੇ ਹੋਏ ਨੂੰ ਵਿਅਕਤੀਆਂ ਨੂੰ, ਕੀ ਹੈ ਕਿ ਉਹਨੂੰ 24 ਘੰਟੇ ਦੇ ਅੰਦਰ ਅੰਦਰ ਡਿਸਟ੍ਰਿਕਟ ਕੋਰਟ ਨੇੜੇ ਦੇ ਮੈਜਿਸਟ੍ਰੇਟ ਦੇ ਅੰਦਰ ਪੇਸ਼ ਕਰਨਾ ਪੈਂਦਾ ਹੈ। ਇਹ ਆਰਟੀਕਲ 22 ਦੇ ਵਿੱਚ ਕਿਹਾ ਗਿਆ। ਨੈਕਸਟ ਹੈ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਆਰਟੀਕਲ 23 ਤੋਂ 24 ਦੇ ਵਿੱਚ ਸ਼ੋਸ਼ਣ ਵਿਰੁੱਧ ਅਧਿਕਾਰਾਂ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ। ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈ ਆਰਟੀਕਲ 23 ਕੀ ਕਹਿੰਦਾ ਹੈ, ਪ੍ਰੋਹੀਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸ ਲੇਬਰ। ਠੀਕ ਹੈ, ਮਨੁੱਖ ਦੀ ਖਰੀਦੋ ਫਰੋਖਤ ਕਰਨ ਦੇ ਤੇ ਰੋਕ ਲਗਾਈ ਗਈ ਹੈ ਅਤੇ ਉਹਨਾਂ ਨੂੰ ਜ਼ਬਰਦਸਤੀ ਮਜ਼ਦੂਰੀ ਨਹੀਂ ਕਰਵਾਈ ਜਾਏਗੀ। ਇਹ ਆਰਟੀਕਲ 23 ਦੇ ਅੰਡਰ ਆਉਂਦਾ ਹੈ। ਨੈਕਸਟ ਹੈ ਪ੍ਰੋਹੀਬਿਸ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਇਨ ਫੈਕਟਰੀਜ਼। 14 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਫੈਕਟਰੀਆਂ ਦੇ ਵਿੱਚ, ਜੋਖਿਮ ਵਾਲੀਆਂ ਫੈਕਟਰੀਆਂ ਦੇ ਵਿੱਚ ਨਹੀਂ ਲਗਾਇਆ ਜਾ ਸਕਦਾ। ਆਰਟੀਕਲ 24 ਇਸ ਗੱਲ ਦੀ ਵਿਵਸਥਾ ਕਰਦਾ ਹੈ। ਨੈਕਸਟ ਹੈ ਜੀ ਫੋਰਥ ਆਪਣਾ ਰਾਈਟ ਹੈ ਰਾਈਟ ਟੂ ਫਰੀडम ਆਫ ਰਿਲੀਜਨ। ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਸਾਡੇ ਸੰਵਿਧਾਨ ਵਿੱਚ ਆਰਟੀਕਲ 25 to 28 ਦੇ ਵਿੱਚ। ਇਹਦੇ ਵਿੱਚ ਹੈਗਾ ਫਰੀडम ਆਫ ਕੰਸਾਇੰਸ ਐਂਡ ਫਰੀ ਪ੍ਰੋਫੈਸ਼ਨ ਪ੍ਰੈਕਟਿਸ ਐਂਡ ਪ੍ਰੋਪੇਗੇਸ਼ਨ ਆਫ ਰਿਲੀਜਨ। ਆਰਟੀਕਲ 25 ਕਹਿੰਦਾ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ, ਉਹਨੂੰ ਮੰਨ ਸਕਦਾ ਹੈ, ਉਹਦੇ 'ਤੇ ਕੋਈ ਰੋਕ ਟੋਕ ਨਹੀਂ ਹੈ ਜਿਹੜਾ ਕੀ ਹੈ। ਨੈਕਸਟ ਹੈ ਫਰੀडम ਟੂ ਮੈਨੇਜ ਰਿਲੀਜੀਅਸ ਅਫੇਅਰਸ। ਆਰਟੀਕਲ 26 ਕੀ ਕਹਿੰਦਾ ਹੈ ਕਿ ਹਰੇਕ ਵਿਅਕਤੀ ਨੂੰ ਆਪਣੇ ਰਿਲੀਜੀਅਸ ਅਫੇਅਰਸ ਨੂੰ ਮੈਨੇਜ ਕਰਨ ਦੀ ਪੂਰੀ ਸੁਤੰਤਰਤਾ ਹੈ, ਪੂਰੀ ਫਰੀडम ਦਿੱਤੀ ਗਈ ਹੈ। ਨੈਕਸਟ ਹੈ ਆਰਟੀਕਲ 27 ਫਰੀडम ਫਰੋਮ ਪੇਮੈਂਟ ਆਫ ਟੈਕਸਿਸ ਫਾਰ ਪ੍ਰਮੋਸ਼ਨ ਆਫ ਐਨੀ ਰਿਲੀਜਨ। ਕਿਸੇ ਵੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਕਿਸੇ ਵਿਅਕਤੀ ਨੂੰ ਟੈਕਸ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਆਰਟੀਕਲ 27 ਦੇ ਵਿੱਚ ਇਹ ਜਿਹੜੀ ਹੈ ਪ੍ਰੋਵੀਜ਼ਨ ਹੈ। ਨੈਕਸਟ ਹੈ ਫਰੀडम ਫਰੋਮ ਅਟੈਂਡਿੰਗ ਰਿਲੀਜੀਅਸ ਇੰਸਟਰਕਸ਼ਨਸ ਆਫ ਵਰਸ਼ਿਪ ਇਨ ਸਰਟਨ ਐਜੂਕੇਸ਼ਨ ਇੰਸਟੀਟਿਊਸ਼ਨ। ਆਰਟੀਕਲ 28 ਕੀ ਕਹਿੰਦਾ ਹੈ ਕਿ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹਨਾਂ ਵਿੱਚ ਧਾਰਮਿਕ ਸਿੱਖਿਆ ਦੇਣ ਲਈ ਕਿਸੇ ਵਿਦਿਆਰਥੀ ਨੂੰ ਸਿੱਖਿਆ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਹ ਉੱਥੇ ਧਾਰਮਿਕ ਸਿੱਖਿਆ ਦਿੱਤੀ ਵੀ ਨਹੀਂ ਜਾ ਸਕਦੀ ਅਤੇ ਉਹ ਕਿਸੇ ਵਿਅਕਤੀ ਨੂੰ ਉਸਦੇ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਵੀ ਨਹੀਂ ਕਰ ਸਕਦੇ। ਨੈਕਸਟ ਹੈਗਾ ਹੈ ਫਿਫਥ ਆਪਣਾ ਫੰਡਾਮੈਂਟਲ ਰਾਈਟਸ ਕਲਚਰਲ ਐਂਡ ਐਜੂਕੇਸ਼ਨ ਰਾਈਟਸ 29 to 30। ਆਰਟੀਕਲ 29 ਕੀ ਹੈ ਪ੍ਰੋਟੈਕਸ਼ਨ ਆਫ ਲੈਂਗੁਏਜ ਸਕ੍ਰਿਪਟ ਐਂਡ ਕਲਚਰ ਆਫ ਮਿਨੋਰਟੀਜ਼। ਘੱਟ ਗਿਣਤੀਆਂ ਦੇ ਭਾਸ਼ਾ ਦੀ ਉਹਨਾਂ ਨੂੰ ਆਪਣੇ ਕਲਚਰ ਨੂੰ ਸੱਭਿਆਚਾਰ ਨੂੰ ਪ੍ਰੋਟੈਕਟ ਕਰਨ ਦੀ ਪੂਰੀ ਸੁਤੰਤਰਤਾ ਹੈ। ਨੈਕਸਟ ਹੈ ਰਾਈਟ ਆਫ ਮਿਨੋਰਟੀ ਟੂ ਐਸਟੈਬਲਿਸ਼ ਐਂਡ ਐਡਮਿਨਿਸਟਰ ਐਜੂਕੇਸ਼ਨ ਇੰਸਟੀਟਿਊਸ਼ਨਸ। ਆਰਟੀਕਲ 30 ਆਰਟੀਕਲ 30 ਕੀ ਕਹਿੰਦਾ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਆਪਣੇ ਐਜੂਕੇਸ਼ਨ ਇੰਸਟੀਟਿਊਸ਼ਨ ਸਥਾਪਿਤ ਕਰ ਸਕਦੀਆਂ ਨੇ ਅਤੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਚਲਾ ਸਕਦੀਆਂ ਨੇ। ਉਹਨਾਂ ਉੱਪਰ ਕੋਈ ਰੋਕ ਟੋਕ ਨਹੀਂ ਹੈ ਸਰਕਾਰ ਵੱਲੋਂ ਜਾਂ ਰਾਜ ਵੱਲੋਂ ਕਿਸੇ ਧਰਮ ਨੂੰ ਜਾਂ ਕਿਸੇ ਘੱਟ ਗਿਣਤੀ ਨੂੰ ਕਿਸੇ ਜਾਤ ਨੂੰ ਲੈ ਕੇ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ। ਨੈਕਸਟ ਹੈ ਜੀ 6 ਰਾਈਟ ਟੂ ਕੌਨਸਟੀਟਿਊਸ਼ਨ ਰੈਮੇਡੀਜ਼। ਆਰਟੀਕਲ 32 ਆਰਟੀਕਲ 32 ਕੀ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਹੈ। ਇਹਦੇ ਵਿੱਚ ਕੀ ਹੈ ਕਿ ਜੇਕਰ ਤੁਹਾਡੇ ਫੰਡਾਮੈਂਟਲ ਰਾਈਟਸ ਦੀ ਉਲੰਘਣਾ ਹੁੰਦੀ ਹੈ ਤਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਰਿਟ ਪਾ ਸਕਦੇ ਹੋ। ਆਪਣੇ ਫੰਡਾਮੈਂਟਲ ਰਾਈਟਸ ਨੂੰ ਲਾਗੂ ਕਰਵਾਉਣ ਲਈ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ। ਨੈਕਸਟ ਹੈ ਜੀ ਆਰਟੀਕਲ 33 ਜਿਹੜਾ ਹੈ ਇਹਦੇ ਵਿੱਚ ਕੀ ਹੈ ਆਰਮਡ ਫੋਰਸਿਸ ਐਂਡ ਫੰਡਾਮੈਂਟਲ ਰਾਈਟਸ। ਆਰਟੀਕਲ 33 ਕੀ ਕਹਿੰਦਾ ਹੈ ਕਿ ਆਰਟੀਕਲ 33 ਇੰਪਾਵਰਸ ਦਾ ਪਾਰਲੀਮੈਂਟ ਟੂ ਰਿਸਟ੍ਰਿਕਟ or abrogate the fundamental rights of the members of armed forces, paramilitary forces, police forces, intelligence agencies।
ਆਰਟੀਕਲ 33 ਦੇ ਅੰਡਰ ਪਾਰਲੀਮੈਂਟ ਜਿਹੜੀ ਹੈ ਉਹ ਮਿਲਟਰੀ ਫੋਰਸਿਸ ਜਾਂ ਆਰਮਡ ਫੋਰਸਿਸ ਜਾਂ ਇੰਟੈਲੀਜੈਂਸ ਏਜੰਸੀਜ਼ ਦੇ ਫੰਡਾਮੈਂਟਲ ਰਾਈਟਸ ਨੂੰ ਘਟਾ ਸਕਦੀ ਹੈ ਅਤੇ ਉਹਨਾਂ 'ਤੇ ਕੋਈ ਵੀ ਰਿਸਟ੍ਰਿਕਸ਼ਨ ਜਿਹੜੀਆਂ ਉਹ ਲਗਾ ਸਕਦੀ ਹੈ। ਨੈਕਸਟ ਹੈ ਇਹ ਡਿਸਪਲਿਨ ਮੇਨਟੇਨ ਕਰਨ ਲਈ ਇਹ ਉਹ ਸਭ ਕੁਝ ਕਰ ਸਕਦੀ ਹੈ ਸਿਰਫ ਪਾਰਲੀਮੈਂਟ। ਨੈਕਸਟ ਹੈ ਜੀ ਮਾਰਸ਼ਲ ਐਂਡ ਫੰਡਾਮੈਂਟਲ ਰਾਈਟਸ। ਇਹ ਹੈਗਾ ਆਰਟੀਕਲ 34। ਆਰਟੀਕਲ 34 ਦੇ ਵਿੱਚ ਕੀ ਹੈ? Article 34 provides further restrictions on fundamental rights while martial law is in force in any area within the territory of India। ਕਿ ਜੇਕਰ ਦੇਸ਼ ਦੇ ਕਿਸੇ ਭਾਗ ਵਿੱਚ ਮਾਰਸ਼ਲ ਲਾ ਜਿਹਨੂੰ ਆਪਾਂ ਮਿਲਟਰੀ ਰੂਲ ਕਹਿੰਦੇ ਆ ਜੇ ਉਹ ਲਾਗੂ ਹੋ ਜਾਂਦਾ ਹੈ ਤੇ ਉੱਥੇ ਦੇ ਵਿਅਕਤੀਆਂ ਨੂੰ ਆਰਟੀਕਲ 34 ਦੇ ਅੰਡਰ ਕੀ ਉਹਨਾਂ ਦੇ ਫੰਡਾਮੈਂਟਲ ਰਾਈਟਸ ਨੂੰ ਜਿਹੜੀਆਂ ਰਿਸਟ੍ਰਿਕਸ਼ਨ ਲਗਾ ਸਕਦੀ ਹੈ ਉਹਨਾਂ ਨੂੰ ਘਟਾ ਸਕਦੀ ਹੈ ਪਾਰਲੀਮੈਂਟ। ਨੈਕਸਟ ਹੈ ਜੀ ਅਫੈਕਟਿੰਗ ਸਰਟਨ ਫੰਡਾਮੈਂਟਲ ਰਾਈਟਸ। 35 ਆਰਟੀਕਲ ਕੀ ਕਹਿੰਦਾ ਹੈ ਕਿ ਆਰਟੀਕਲ 35 ਲੇਜ਼ ਡਾਊਨ ਦੈਟ ਦਾ ਪਾਵਰ ਟੂ ਮੇਕ ਲਾਜ਼ ਟੂ ਗਿਵ ਇਫੈਕਟ ਟੂ ਸਰਟਨ ਸਪੈਸੀਫਾਈਡ ਫੰਡਾਮੈਂਟਲ ਰਾਈਟਸ ਸ਼ੈਲ ਵੈਸਟ ਓਨਲੀ ਇਨ ਦਾ ਪਾਰਲੀਮੈਂਟ ਐਂਡ ਨੋਟ ਇਨ ਦਾ ਸਟੇਟ ਲੈਜਿਸਲੇਚਰ। ਕਿ ਕੁਝ ਕੁ ਵਿਸ਼ੇਸ਼ ਜਿਹੜੇ ਮੌਲਿਕ ਅਧਿਕਾਰ ਨੇ ਉਹ ਸਿਰਫ ਪਾਰਲੀਮੈਂਟ ਹੀ ਉਹਨਾਂ ਵਿੱਚ ਚੇਂਜ ਕਰ ਸਕਦੀ, ਉਹਨਾਂ ਨੂੰ ਬਣਾ ਸਕਦੀ ਹੈ। ਫਾਰ ਐਗਜ਼ਾਮਪਲ ਜਿਵੇਂ ਅਨਟੱਚੇਬਿਲਟੀ ਨੂੰ ਖਤਮ ਕੀਤਾ ਗਿਆ ਸੀਗਾ ਆਰਟੀਕਲ 17 ਦੇ ਅੰਡਰ, ਤਾਂ ਇਹ ਸਿਰਫ ਕੌਣ ਕਰ ਸਕਦਾ ਹੈ? ਪਾਰਲੀਮੈਂਟ ਕਰ ਸਕਦੀ ਹੈ, ਨੋਟ ਇਨ ਦਾ ਸਟੇਟ ਲੈਜਿਸਲੇਸ਼ਨ। ਕਿ ਜੋ ਵੀ ਹੈ ਰਾਜਾਂ ਦੀਆਂ ਜਿਹੜੀਆਂ ਵਿਧਾਨ ਪਾਲਿਕਾਵਾਂ ਇਸ ਦੇ ਰਿਗਾਰਡਿੰਗ ਕੋਈ ਕਾਨੂੰਨ ਜਿਹੜੀਆਂ ਨਹੀਂ ਬਣਾ ਸਕਦੀਆਂ। ਸੋ ਸਟੂਡੈਂਟਸ ਇਹ ਸੀਗੇ ਤੁਹਾਡੇ ਫੰਡਾਮੈਂਟਲ ਰਾਈਟਸ ਜੋ ਕਿ 12 ਤੋਂ 35 ਆਰਟੀਕਲ ਦੇ ਵਿੱਚ ਆਪਣੇ ਕੰਸਟੀਟਿਊਸ਼ਨ ਦੇ ਵਿੱਚ ਦਰਜ ਕੀਤੇ ਗਏ ਨੇ। ਹੋਪਸ ਹੋ ਕਿ ਤੁਹਾਨੂੰ ਇਹ ਸਮਝ ਲੱਗ ਗਏ ਹੋਣਗੇ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੜ੍ਹਿਆ ਕਿ ਫੰਡਾਮੈਂਟਲ ਰਾਈਟਸ ਹੁੰਦੇ ਕੀ ਨੇ ਅਤੇ ਕਿੰਨੇ ਫੰਡਾਮੈਂਟਲ ਰਾਈਟਸ ਨੇ। ਫੰਡਾਮੈਂਟਲ ਰਾਈਟਸ ਨੇ ਆਪਣੇ 6 ਜਦਕਿ ਪਹਿਲਾਂ ਸੀਗੇ 7 ਅਤੇ ਰਾਈਟ ਟੂ ਪ੍ਰੋਪਰਟੀ ਜਿਹੜਾ ਉਹ ਹੁਣ ਖਤਮ ਕਰ ਦਿੱਤਾ ਗਿਆ, ਉਹਨੂੰ ਲੀਗਲ ਰਾਈਟ ਬਣਾ ਦਿੱਤਾ ਗਿਆ ਅਤੇ ਹੁਣ ਜਿਹੜੇ ਰਹਿ ਗਏ ਨੇ 6 ਫੰਡਾਮੈਂਟਲ ਰਾਈਟਸ ਨੇ ਆਪਣੇ। ਅਤੇ ਉਹਨਾਂ ਦੀਆਂ ਫੀਚਰਸ ਕੀ ਨੇ? ਜਸਟੀਏਬਲ ਨੇ, ਉਹਨਾਂ ਨੂੰ ਲਾਗੂ ਕਰਵਾਉਣ ਲਈ ਆਪਾਂ ਸੁਪਰੀਮ ਕੋਰਟ ਜਾ ਸਕਦੇ ਹਾਂ। ਐਬਸੋਲਿਊਟ ਨਹੀਂ ਗੇ, ਅਸੀਮਤ ਨਹੀਂ ਗੇ, ਉਹ ਸੀਮਤ ਨਹੀਂ, ਉਹਨਾਂ ਪਰ ਰਿਸਟ੍ਰਿਕਸ਼ਨ ਲਗਾਈਆਂ ਜਾ ਸਕਦੀਆਂ ਨੇ। ਅਤੇ ਆਪਾਂ ਫੰਡਾਮੈਂਟਲ ਰਾਈਟਸ ਬੋਰੋ ਕੀਤੇ ਨੇ USA ਤੋਂ। ਲਾਸਟ ਦੇ ਵਿੱਚ ਕੁਝ ਕੁ MCQs ਮੈਂ ਬਣਾਏ ਨੇ ਜਿਸ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਦੇ ਟੌਪਿਕ ਨਾਲ ਰਿਲੇਟਡ ਤੁਹਾਡੇ ਐਗਜ਼ਾਮ ਦੇ ਵਿੱਚ ਆ ਸਕਦੇ ਨੇ। ਫਸਟ ਕੁਐਸਚਨ ਦੇਖ ਲੈਂਦੇ ਆਪਾਂ। ਕਹਿੰਦਾ ਰਾਈਟਸ ਅੰਡਰ ਵਿਚ ਆਫ ਦਾ ਫੋਲੋਇੰਗ ਆਰਟੀਕਲਸ ਆਰ ਨੋਟ ਪ੍ਰੋਵਾਈਡਡ ਟੂ ਫੋਰਨਰਸ। ਕਿ ਵਿਦੇਸ਼ੀਆਂ ਨੂੰ ਕਿਹੜਾ ਜਿਹੜਾ ਅਧਿਕਾਰ ਮੌਲਿਕ ਅਧਿਕਾਰ ਨਹੀਂ ਦਿੱਤਾ ਗਿਆ? ਆਰਟੀਕਲ 15, ਆਰਟੀਕਲ 14, ਆਰਟੀਕਲ 20, ਆਰਟੀਕਲ 21। ਆਰਟੀਕਲ 15 ਜਿਹੜਾ ਆਪਾਂ ਰਾਈਟ ਟੂ ਇਕੁਐਲਿਟੀ ਦੇ ਵਿੱਚ ਪੜ੍ਹਿਆ ਸੀਗਾ ਉਹ ਕੀ ਆ? ਫੋਰਨਰਸ ਨੂੰ ਨਹੀਂ ਦਿੱਤਾ ਗਿਆ। ਨੈਕਸਟ ਹੈ ਜੀ ਹੂ ਹੈਜ਼ ਅਥਾਰਟੀ ਟੂ ਅਮੈਂਡ ਦਾ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਨੂੰ ਸੋਧ ਕਰਨ ਦੀ, ਅਮੈਂਡ ਕਰਨ ਦੀ ਅਥਾਰਟੀ ਕਿਹਦੇ ਕੋਲ ਹੈ? ਸੁਪਰੀਮ ਕੋਰਟ ਕੋਲ, ਸਟੇਟ ਯੂਨੀਅਨ, ਪਾਰਲੀਮੈਂਟ ਜਾਂ ਪ੍ਰੈਜ਼ੀਡੈਂਟ। ਇਹਦਾ ਸਹੀ ਆਨਸਰ ਹੈ ਜੀ ਪਾਰਲੀਮੈਂਟ। ਨੈਕਸਟ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਮੋਸਟ ਇੰਪੋਰਟੈਂਟ ਫਾਰ ਦਾ ਸਕਸੈਸ ਆਫ ਡੈਮੋਕ੍ਰੇਸੀ। ਡੈਮੋਕ੍ਰੇਸੀ ਨੂੰ ਸਫਲਤਾਪੂਰਵਕ ਚਲਾਉਣ ਲਈ ਕਿਹੜਾ ਰਾਈਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ? ਫਸਟ ਹੈ ਜੀ ਰਾਈਟ ਟੂ ਕ੍ਰਿਟੀਸਾਈਜ਼, ਰਾਈਟ ਟੂ ਐਸੋਸੀਏਸ਼ਨ, ਰਾਈਟ ਟੂ ਪਰਸਨਲ ਲਿਬਰਟੀ, ਰਾਈਟ ਟੂ ਪ੍ਰੋਪਰਟੀ। ਇਹਦੇ ਵਿੱਚ ਹੈਗਾ ਜੀ ਰਾਈਟ ਟੂ ਪਰਸਨਲ ਲਿਬਰਟੀ। ਜੇਕਰ ਤੁਹਾਨੂੰ ਪਰਸਨਲ ਲਿਬਰਟੀ ਮਿਲੇਗੀ, ਤੁਸੀਂ ਬਾਹਰ ਜਾ ਸਕੋਗੇ, ਕੰਮ ਕਰ ਸਕੋਗੇ, ਆਪਣੇ ਵਿਚਾਰ ਪ੍ਰਗਟਾ ਸਕੋਗੇ, ਤਾਂ ਹੀ ਕੀ ਹੈ ਡੈਮੋਕ੍ਰੇਸੀ ਕੀ ਹੈ ਸਕਸੈਸਫੁਲ ਹੋ ਸਕਦੀ ਹੈ। ਅਦਰਵਾਈਜ਼ ਨਹੀਂ, ਕਿਉਂਕਿ ਡੈਮੋਕ੍ਰੇਸੀ ਹੈ ਹੀ ਸੁਤੰਤਰਤਾ ਦਾ ਨਾਮ। ਡੈਮੋਕ੍ਰੇਸੀ ਕੀ ਹੁੰਦੇ? ਲੋਕਾਂ ਦੀ ਹੀ ਸਰਕਾਰ, ਲੋਕਾਂ ਦੁਆਰਾ ਲੋਕਾਂ ਲਈ। ਨੈਕਸਟ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਰਾਈਟ ਆਫ ਐਨ ਇੰਡੀਅਨ ਸਿਟੀਜ਼ਨ। ਫਸਟ ਹੈ ਜੀ ਰਾਈਟ ਟੂ ਇਕੁਐਲਿਟੀ, ਰਾਈਟ ਟੂ ਪ੍ਰੋਪਰਟੀ, ਰਾਈਟ ਟੂ ਲਾਈਫ, ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੈ ਕਿ ਰਾਈਟ ਟੂ ਪ੍ਰੋਪਰਟੀ ਹੈ ਜਿਹੜਾ ਉਹ ਹੁਣ ਫੰਡਾਮੈਂਟਲ ਰਾਈਟ ਨਹੀਂ ਰਿਹਾ ਗਿਆ, ਉਹ ਹੁਣ ਲੀਗਲ ਰਾਈਟ ਬਣ ਗਿਆ ਹੈ। ਅਮੈਂਡਮੈਂਟ ਹੋਈ ਸੀ 1978 ਦੇ ਵਿੱਚ, 44th ਅਮੈਂਡਮੈਂਟ ਹੋਈ ਸੀਗੀ ਅਤੇ ਇਸ ਨੂੰ ਫੰਡਾਮੈਂਟਲ ਦੀ ਕੈਟਾਗਰੀ ਦੇ ਵਿੱਚੋਂ ਕੱਢ ਕੇ ਇਹ ਬਣਾ ਦਿੱਤਾ ਗਿਆ ਸੀਗਾ ਲੀਗਲ ਰਾਈਟ। ਸੋ ਥੈਂਕ ਯੂ। ਹੋਪ ਸੋ ਕਿ ਤੁਹਾਨੂੰ ਸਾਰਿਆਂ ਨੂੰ ਹੀ ਫੰਡਾਮੈਂਟਲ ਰਾਈਟਸ ਵਾਲਾ ਟੌਪਿਕ ਸਮਝ ਆ ਗਿਆ ਹੋਵੇਗਾ। ਬੈਸਟ ਆਫ ਲੱਕ।